ਸ੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ रूप रंग अर रेख पेख को कह न सकत कहे। अचल मूरत अनपहो प्रकाश अम तोज कह जय। कोट इंद्र इंद्राण साहे साहाण गणिजय। तरे भवन महीप सुर नर असुर नीत नेत बन तृण कहत। तब सर्ब नाम कथय कवन कर्म नाम बरनत समत। तब सर्ब नाम कथय कवन कर्म नाम बरनत सुमत। प्रभ जी तो कह लाज हमारी नीलकंठ नरहर नारायण नील बसन बनवारी। परम पुरख परमेश्वर स्वामी पावन पवन आहारी। माधव महाजोत मद मर्दन मान मुकंद मुरारी। निर्विकार निर्जुर निंदरा बिन निर्भिख नरक निवारी। कृपा सिंधु काल त्रयदर्शी को करत पर नासनकारी। तनर पान त्रितमान तरा तारयन बेकार अस तहारी। हो मत मंद चरण शरणागत कर गहले हो उबारी। कनहर बूंद बसौरो मावल कुसुम बसंत गनंत नयावै। रव सस किरण उदर सागर को गंग तरंग अंत को पावै। रुद्र ध्यान ज्ञान सतगुर के कव जन भालयो न जो गावै। भले अमरदास गुण तेरे तेरी उपमा तोह बन आवे। भले अमरदास गुण तेरे तेरी उपमा तोहे बन आवे। हम अवगुण परे एक गुण नाही। अमृत छाड़ बिख बिख माया मोह परम पै भूले। सुत दारा स्यों प्रीत एक उत्तम पंथ सुन्यो गुर संगत। तेह मिलंत जम त्रास मिटाई। एक अरदास पाठ कीरत की गुर रामदास। राखो शरणाई
ਕਹੋ ਟਲ ਗੁਰ ਸੇਵੀਐ ਅਹਨਸ ਸਹਜ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸੰਦੀ ਨੂਰ ਅਰਸੋਂ ਕੁਰਸੋਂ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੁ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਰਾਗ ਗੁਜਰੇ ਮਹਲਾ ਤੀਜਾ। ਕਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ। ਤ੍ਰਿਗ ਅਵੇਹਾ ਜੀਵਣਾ ਜਿਤ ਹਰ ਪ੍ਰੀਤ ਨਾ ਪਾਏ। ਜਿਤ ਕਮ ਹਰ ਵੀਸਰੈ ਦੂਜੈ ਲੱਗੈ ਜਾਏ। ਤ੍ਰਿਗ ਅਵੇਹਾ ਜੀਵਣਾ ਜਿਤ ਹਾਰੂ ਪ੍ਰੀਤ ਨਾ ਪਾਏ। ਜਿਤ ਕਮ ਹਰ ਵੀਸਰੈ ਦੂਜੈ ਲੱਗੈ ਜਾਏ। ਐਸਾ ਸਤਿਗੁਰ ਸੇਵੀਐ ਮਨਾ ਜਿਤ ਸੇਵਿਐ ਗੋਬਿੰਦ ਪ੍ਰੀਤ ਉਪਜੈ। ਅਵਰ ਵਿਸਰ ਸਭ ਜਾਏ। ਹਰ ਸੇਤੀ ਚਿਤ ਗਹਿ ਰਹੈ ਜਰਾ ਕਾ ਭੋ ਨਾ ਹੋਵੈ। ਜੀਵਨ ਪਦਵੀ ਪਾਏ ਰਹਾਉ ਗੋਬਿੰਦ ਪ੍ਰੀਤ ਸਿਉ ਇਕ ਸਹਿਜ ਉਪਜਿਆ। ਵੇਖ ਜੈਸੀ ਭਗਤ ਬਨੀ ਆਪ ਸੇਤੀ ਆਪ ਖਾਇਆ। ਤਾਂ ਮਨ ਨਿਰਮਲ ਹੋਆ ਜੋਤੀ ਜੋਤ ਸਮਈ। ਬਿਨ ਭਾਗਾ ਐਸਾ ਸਤਿਗੁਰ ਨਾ ਪਾਈਐ। ਜੇ ਲੋਚੈ ਸਭ ਕੋਏ ਕੂੜੈ ਕੀ ਪਾਲ ਵਿੱਚੋਂ ਨਿਕਲੈ। ਤਾਂ ਸਦਾ ਸੁਖ ਹੋਏ। ਨਾਨਕ ਐਸੇ ਸਤਿਗੁਰ ਕੀ ਕਿਆ ਉਹ ਸੇਵਕ ਸੇਵਾ ਕਰੇ। ਗੁਰ ਆਗੈ ਜਿਉ ਧਰੇ। ਸਤਿਗੁਰ ਕਾ ਭਾਣਾ ਚਿਤ ਕਰੇ। ਸਤਿਗੁਰ ਆਪੇ ਕਿਰਪਾ ਕਰੇ। ਨਾਨਕ ਐਸੇ ਸਤਿਗੁਰ ਕੀ ਕਿਆ ਉਹ ਸੇਵਕ ਸੇਵਾ ਕਰੇ। ਗੁਰ ਆਗੈ ਜਿਉ ਧਰੇ। ਸਤਿਗੁਰ ਕਾ ਭਾਣਾ ਚਿਤ ਕਰੇ। ਸਤਿਗੁਰ ਆਪੇ ਕਿਰਪਾ ਕਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सत्कारयोग गुरु की साजी और नवाजी हुई
ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਅੰਮ੍ਰਿਤ ਵੇਲੇ ਤੋਂ ਸਤਿਗੁਰੂ ਨੌਵੇਂ ਪਾਤਸ਼ਾਹ ਹਾਦਰ ਹੋਤ ਜਹਾਂ ਸਿਮਰੇ, ਐਸੇ ਦੀਨ ਦਿਆਲ ਭਗਤ ਵਚਲ ਸਤਿਗੁਰੂ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਪਵਿੱਤਰ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਦੀਨ ਦੁਨੀਆ ਦੇ ਮਾਲਕ ਵਾਲਿਗੇ ਕੋਲ ਆਲਮ ਨੂਰੇ ਸਰਵਰੇ ਕਾਇਨਾਤ ਸ਼ਬਦ ਗੁਰੂ ਮੂਰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਕੇ ਲੇਖੇ ਲਾ ਕੇ ਸਫਲੀਆਂ ਔਰ ਸਕਾਰਥਾ ਕਰ ਰਹੇ। ਅੱਜ ਦਾ ਦਿਨ ਸਮੁੱਚਾ ਖਾਲਸਾ ਪੰਥ ਗੁਰਲਾਧੋਰੇ ਨਾਂ ਦੇ ਦਿਨ ਤੇ ਮਨਾਉਂਦਾ ਹੈ। ਬਾਬਾ ਬਕਾਲਾ ਸਾਹਿਬ ਜਿੱਥੇ 26 ਸਾਲ 9 ਮਹੀਨੇ 11 ਦਿਨ ਨਿਰੰਤਰ ਨਿਰੰਕਾਰ ਪਰਮੇਸ਼ਰ ਦੀ ਭਗਤੀ ਦੇ ਰੰਗ ਵਿੱਚ ਜਗਤ ਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੈਠੇ ਰਹੇ। ਭਾਈ ਮੱਖਣ ਸ਼ਾਹ ਲੁਬਾਣਾ ਜੀ ਨੇ ਕੋਠੇ ਦੀ ਛੱਤ ਤੇ ਚੜ ਕੇ ਆਖਿਆ, ਭੁੱਲੀਏ ਸੰਗ ਤੇ ਗੁਰ ਲਾਧੋਰੇ। ਉਸ ਦਿਨ ਨੂੰ ਸਮਰਪਿਤ ਅੱਜ ਦਾ ਇਹ ਦਿਨ ਸਮੁੱਚਾ ਪੰਥ ਮਨਾਉਂਦਾ ਹੈ, ਉਸ ਯਾਦ ਵਿੱਚ ਮਨਾਉਂਦਾ ਹੈ। ਅੱਜ ਦੇ ਦਿਨ ਬਾਬਾ ਬਕਾਲਾ ਸਾਹਿਬ ਬੜੇ ਵੱਡੇ ਜੋੜ ਮੇਲੇ ਹੁੰਦੇ ਹਨ। ਸਮੁੱਚਾ ਖਾਲਸਾ ਪੰਥ ਨੌਵੇਂ ਪਾਤਸ਼ਾਹ ਦੇ ਪਾਵਨ ਦਰਬਾਰ ਵਿੱਚ ਇਕੱਤਰ ਹੋ ਕੇ ਨਗਰ ਕੀਰਤਨ ਕੱਢਦਾ ਹੈ। ਨਿਹੰਗ ਸਿੰਘ ਜਥੇਬੰਦੀਆਂ ਮਹੱਲਾ ਖੇਡਦੇ ਹਨ। ਗੁਰੂ ਸਾਹਿਬ ਨੌਵੇਂ ਗੁਰਦੇਵ ਤਰਸ ਕਰਨ, ਕਿਰਪਾ ਕਰਨ, ਸਾਨੂੰ ਆਪਣੇ ਪਵਿੱਤਰ ਚਰਨ ਕਮਲਾਂ ਦੀ ਪ੍ਰੀਤੀ ਭੈ ਭਾਵਨੀ ਅਦਬ ਤੇ ਸਤਿਕਾਰ ਬਖਸ਼ਿਸ਼ ਕਰਨ। ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ ਹਨ। ਸ੍ਰੀ ਹੁਕਮਨਾਮਾ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਬਖਸ਼ਿਆ। ਆਓ ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਤੇ ਬਿਰਤੀਆਂ ਨੂੰ ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਨਾਲ ਜੋੜੀਏ। ਇਕਾਗਰਤਾ ਬਣਾਉਣ ਨਿਮਿਤ ਆਪਣੀ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਗੁਜਰੀ ਮਹਲਾ ਤੀਜਾ। ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਗੋਜਰੀ ਹੈ। ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਗਰੀਬ ਨਵਾਜ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਵਿੱਤਰ ਪਾਵਨ ਸ੍ਰੀ ਮੁਖਵਾਕ ਸ਼ਬਦ ਹੈ। ਘਰ ਪਹਿਲਾ। ਪਹਿਲੇ ਘਰ ਸੁਰਤਾਲ ਵਿੱਚ ਇਸ ਪਾਵਨ ਪਵਿੱਤਰ ਸ਼ਬਦ ਨੂੰ ਗਾਇਨ ਕਰਨ ਦਾ ਹੁਕਮ ਹੈ। ਇੱਕ ਜੋ ਅਤੁੱਤੀ ਹੈ, ਜਿਸ ਵਰਗਾ ਕੋਈ ਦੂਜਾ ਨਹੀਂ ਹੈ। ਇੱਕ ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਹੈ ਔਰ ਸਰਬ ਦਾ ਪ੍ਰਕਾਸ਼ਕ ਹੈ। ਇੱਕ ਕਹਿਣ ਨਾਲ ਦ્વੈਤ ਦਾ ਨਾਸ਼ ਹੋ ਜਾਂਦਾ ਹੈ।
ਇੱਕ ਕਹਿਣ ਨਾਲ, ਇੱਕ ਨੂੰ ਮੰਨਣ ਨਾਲ, ਇੱਕ ਨੂੰ ਧਿਆਉਣ ਨਾਲ ਹਿਰਦੇ 'ਚ ਦੁਬਿਧਾ ਦੂਰ ਹੋ ਜਾਂਦੀ ਹੈ, ਦੋਈ ਭਾਵ ਚਲਿਆ ਜਾਂਦਾ। ਓੰਕਾਰ ਕਹਿਣ ਨਾਲ ਹਿਰਦੇ 'ਚ ਪ੍ਰਕਾਸ਼ ਹੁੰਦਾ ਹੈ ਗਿਆਨ ਦਾ। ਬਹੁਤ ਸਾਰੇ ਸ਼ਬਦ ਸੰਸਕ੍ਰਿਤ ਮੂਲਕ ਨੇ, ਕਿਉਂਕਿ ਸੰਸਕ੍ਰਿਤ ਭਾਸ਼ਾ ਪੁਰਾਣੀ ਭਾਸ਼ਾ ਹੈ। ਉਹਦੇ ਤੋਂ ਅੱਗੇ ਬਹੁਤ ਸਾਰੇ ਸ਼ਬਦ ਪੈਦਾ ਹੋਏ। ਸੰਸਕ੍ਰਿਤ ਵਿੱਚ ਇੱਕ ਅਵ ਧਾਤੂ ਹੈ, ਅਵ ਧਾਤੂ ਤੋਂ ਬਣਿਆ ਹੈ ਓੰਕਾਰ। ਉਹਦਾ ਮਤਲਬ ਹੈ ਰੱਖਿਆ ਕਰਨ ਵਾਲਾ, ਰਖਵਾਲਾ। ਸਾਡੇ ਸਾਰਿਆਂ ਦਾ ਰਖਵਾਲਾ ਹੈ ਓੰਕਾਰ, ਸਾਡੇ ਸਾਰਿਆਂ ਦੀ ਰੱਖਿਆ ਕਰਨ ਵਾਲਾ। राखा एक हमारा स्वामी सगल घटा का अंतरजामी। साडे सारियां दा राखा अकाल पुरख है। तू मेरा राखा सबनी थाई। भैणां दा राखा भी वाहिगुरु है ते वीरां दा राखा भी वाहिगुरु है। उस अकाल पुरख वाहिगुरु पार ब्रह्म परमेश्वर तो बिना कोई दूजा राखा नहीं। ओंकार कहण नाल रखिया हुंदी है जीव दी। इस करके अकाल पुरख तो बिना किसी दूजे नूं राखा नहीं जानना। जो आप बिनसण वाले ने उन्हां नूं रखवाला की मनना होया। रखवाला तो वह है जिहड़ा सत है, सदैवी है, स्थिर है, सदा ही हाजिर रहिंदा है। इस करके ओंकार दा अर्थ यह भी है रखिया करन वाला, रखवाला। ऐसा पार ब्रह्म परमेश्वर किवें मिलदा है? तां मेरे पातशाह कहंदे सतगुर प्रसाद। सत दा उपदेश देण वाले गुरु दी किरपा द्वारा उस पार ब्रह्म परमेश्वर दे स्वरूप दी प्राप्ति हुंदी है। हाँ जी। त्रिग अवेहा जीवना जित हार प्रीत ना पाए। पातशाह कहंदे उन्हां दा जीवना ही त्रिग है। त्रिग अवेहा जीवना। सौ वेरी फेटे मुंह को ते एक वेरी लानत बनदी। सौ वेरी किसे नूं लानत पाओ ते एक त्रिग बनदा। साहब कहंदे उन्हां दा जीवना ही त्रिग है। पुछया जी किन्हां दा? महाराज कहंदे जिन्हां दे हिरदियां विच हरि दी प्रीत नहीं है, हरि दा प्रेम नहीं है। ਜਿਹੜੇ ਰੱਬ ਦੇ ਬਣਾਏ ਬੰਦਿਆਂ ਨਾਲ ਪ੍ਰੇਮ ਨਹੀਂ ਕਰਦੇ ਤੇ ਉਹ ਰੱਬ ਨਾਲ ਪ੍ਰੇਮ ਕੀ ਕਰਨਗੇ? ਜਿਨ੍ਹਾਂ ਅੰਦਰ ਰੱਬ ਦੇ ਬਣਾਏ ਜੀਆਂ ਦੀ ਪ੍ਰੀਤ ਨਹੀਂ, ਉਹ ਪਰਮੇਸ਼ਰ ਨਾਲ ਪ੍ਰੀਤ ਕਿਵੇਂ ਕਰਨਗੇ? ਇੱਕੋ ਇੱਕ ਐਸੀ ਦਾਤ ਵਾਹਿਗੁਰੂ ਨੇ, ਪਰਮੇਸ਼ਰ ਨੇ ਮਨੁੱਖ ਨੂੰ ਦਿੱਤੀ ਹੈ। ਇਹ ਜਿੰਨਾ ਵੰਡੇ ਉਹਨੂੰ, ਜਿੰਨਾ ਵੰਡੇ ਓਨੀ ਵੱਧਦੀ ਹੈ। पूरे मुकदी नहीं है। वो है प्रेम, प्रीत। ते उन्हां दा जीवना ही त्रिग है जिहड़े हरि नाल प्रीत नहीं पाउंदे, परमेश्वर नाल प्रीत नहीं पाउंदे। गुरु नाल प्रीत तां पवेगी जे गुरु के सिखां नाल प्रीत दा भाव प्रगट करांगे। गुरु के प्यार दे रंग विच रंगे हुए महापुरुषां साधुआं दे हिरदे उन्हां दे प्रति मन च प्रीत भाव पैदा करांगे। सतगुरां दीआं सेवावां निभाउण वाले गुरमुखां दे प्रति मन च प्रीत भाव रखांगे, तदे ही तां गुरु नाल प्रीत पवेगी ना।
ਤੋ ਜਿਨ੍ਹਾਂ ਦੇ ਹਿਰਦਿਆਂ ਵਿੱਚ ਪ੍ਰੀਤ ਨਾਮ ਦੀ ਵਸਤ ਹੈ ਹੀ ਨਹੀਂ, ਇਤਨੇ ਖਰਬੇ ਤੇ ਕੜਵੇ ਹੋ ਗਏ ਨੇ। ਮੇਰੇ ਸਾਹਿਬ ਕਹਿੰਦੇ ਉਹਨਾਂ ਦਾ ਜੀਵਣਾ ਹੀ ਤ੍ਰਿਗ ਹੈ। ਕੀ ਫਾਇਦਾ ਉਹਨਾਂ ਦੇ ਇਹੋ ਜਿਹੇ ਜੀਵਨ ਦਾ ਉਹਨਾਂ ਨੂੰ, ਜਿਸ ਜੀਵਨ ਵਿੱਚ ਕੋਈ ਰਸ ਹੀ ਨਹੀਂ, ਜਿਸ ਜੀਵਨ 'ਚ ਕੋਈ ਆਨੰਦ ਹੀ ਨਹੀਂ। ਐਸਾ ਜੀਵਨ ਪਸ਼ੂ ਵੀ ਜੀ ਰਹੇ ਨੇ, ਜਾਨਵਰ ਵੀ ਜੀ ਰਹੇ ਨੇ, ਪਰ ਕਦੇ ਜਾਨਵਰਾਂ ਨੂੰ, ਪਸ਼ੂਆਂ ਨੂੰ ਇੱਕ ਦੂਜੇ ਨਾਲ ਈਰਖਾ ਕਰਦਿਆਂ ਨਹੀਂ ਵੇਖਿਆ। ਲੜਦੇ ਹਨ, ਜਾਨਵਰ ਭਿੜਦੇ ਵੀ ਹਨ, ਪਰ ਉਹਨਾਂ ਦੀ ਦੁਸ਼ਮਣੀ ਇਤਨੀ ਲੰਮੀ ਨਹੀਂ ਹੁੰਦੀ ਜਿਤਨੀ ਇੱਕ ਮਨੁੱਖ ਆਪਣੇ ਹਿਰਦੇ 'ਚ ਰੱਖਦਾ ਤੇ ਪੀੜ੍ਹੀਆਂ ਦੀ ਪੀੜ੍ਹੀਆਂ ਉਹਦੀਆਂ ਉਹ ਦੁਸ਼ਮਣੀ ਨਿਭਾਉਂਦੀਆਂ। ਤੋ ਐਸੇ ਜੀਵਨ ਦੇ ਉੱਤੇ ਤਰਕਾਰ ਹੈ, ਲਾਨਤ ਹੈ, ਜਿਹਦੇ ਵਿੱਚ ਹਰੀ ਦੀ ਪ੍ਰੀਤ ਨਹੀਂ। ਜਿਤ ਕੰਮ ਹਰ ਵਿਸਰੈ, ਦੂਜੈ ਲੱਗੈ ਜਾਏ। ਜਿਸ ਕੰਮ ਕਰਕੇ ਹਰੀ ਵਿਸਰਦਾ ਤੇ ਦੂਜੇ ਭਾਵ ਵਿੱਚ ਜਾ ਕੇ ਮਨੁੱਖ ਲੱਗਦਾ, ਇਹੋ ਜਿਹੇ ਕੰਮ ਤੇ ਵੀ ਤਰਕਾਰ। ਜਿਨ੍ਹਾਂ ਕੰਮਾਂ ਕਰਕੇ ਰੱਬ ਵਿਸਰਦਾ ਹੈ, ਉਹ ਕੋਈ ਵੀ ਕੰਮ ਹੋਵੇ, ਉਸ ਕਰਮ ਤੇ ਵੀ ਤਰਕਾਰ ਹੈ। ਬਸ ਇਹ ਸਮਝ ਲਓ, ਜਿਸ ਕੰਮ ਕਰਕੇ ਵੀ, ਉਹ ਕੰਮ ਕੋਈ ਵੀ ਹੋ ਸਕਦਾ ਹੈ। ਰੱਬ ਭੁੱਲਦਾ, ਹਰੀ ਵਿਸਰਦਾ, ਉਸ ਕੰਮ ਤੇ ਵੀ ਤ੍ਰਿਗ ਹੈ। ਜੇ ਰੋਟੀ ਖਾਂਦਿਆਂ ਵੀ ਰੱਬ ਭੁੱਲਿਆ ਹੋਇਆ, ਤਾਂ ਉਸ ਪ੍ਰਸ਼ਾਦੇ ਛਕਣ ਦੇ ਉੱਤੇ ਵੀ ਤਰਕਾਰ ਹੈ। ਕਿ 36 ਪ੍ਰਕਾਰ ਦੇ ਭੋਜਨ ਖਾ ਕੇ ਵੀ ਇਹਨੇ ਹਰਾਮ ਕਰਨੇ ਨੇ। ਇਸ ਕਰਕੇ ਪਾਤਸ਼ਾਹ ਕਹਿੰਦੇ, ਜਿਸ ਕੰਮ ਕਰਕੇ ਹਰੀ ਵਿਸਰਦਾ ਹੈ, ਉਹਦੇ ਦੂਜੇ ਭਾਵ ਵਿੱਚ ਜਾ ਕੇ ਲੱਗਦਾ ਹੈ, ਉਹਨਾਂ ਕੰਮਾਂ ਤੇ ਵੀ ਤਰਕਾਰ ਹੈ। ਐਸਾ ਸਤਿਗੁਰ ਸੇਵੀਐ ਮਨਾ, ਜਿਤ ਸੇਵਿਐ ਗੋਵਿੰਦ ਪ੍ਰੀਤ ਉਪਜੈ। ਅਵਰ ਵਿਸਰ ਸਭ ਜਾਏ। ਹੇ ਮੇਰਿਆ ਮਨਾ, ਐਸੇ ਸਤਿਗੁਰਾਂ ਨੂੰ ਸੇਵੀਏ। ਐਸਾ ਸਤਿਗੁਰ ਸੇਵੀਐ ਮਨਾ, ਹੇ ਮੇਰਿਆ ਮਨਾ, ਐਸੇ ਸਤਿਗੁਰਾਂ ਨੂੰ ਸੇਵ, ਜਿਤ ਸੇਵਿਐ ਗੋਵਿੰਦ ਪ੍ਰੀਤ ਉਪਜੈ। ਜਿਸ ਦੀ ਸੇਵਾ ਕੀਤਿਆਂ ਗੋਬਿੰਦ ਦੀ ਪ੍ਰੀਤ ਉਪਜਦੀ ਹੈ। ਪਰਮੇਸ਼ਰ ਦਾ, ਗੁਰੂ ਦੀ ਸੇਵਾ ਕਰੀਏ ਤੇ ਰੱਬ ਦੀ ਪ੍ਰੀਤ ਉਪਜਦੀ ਹੈ। ਅਵਰ ਵਿਸਰ ਸਭ ਜਾਏ। ਜਦੋਂ ਪਰਮੇਸ਼ਰ ਦੀ ਪ੍ਰੀਤ ਉਪਜਾਵੇ ਨਾ ਹਿਰਦੇ 'ਚ, ਫਿਰ ਬਾਕੀ ਦੇ ਜਿਤਨੇ ਮਾੜੇ ਭੈੜੇ ਕਰਮ ਨੇ ਉਹ ਹਿਰਦੇ 'ਚੋਂ ਵਿਸਰ ਜਾਂਦੇ ਨੇ। ਜਿਨ੍ਹਾਂ ਕੰਮਾਂ ਕਰਕੇ ਰੱਬ ਵਿਸਰਦਾ, ਉਹ ਕੰਮ ਵਿਸਰ ਜਾਂਦੇ ਨੇ ਜਦੋਂ ਗੋਬਿੰਦ ਦੀ ਪ੍ਰੀਤ ਹਿਰਦੇ 'ਚ ਉਪਜਾਵੇ। ਹਾਂਜੀ। ਹਰ ਸੇਤੀ ਚਿਤ ਗਹਿ ਰਹੈ, ਜਰਾ ਕਾ ਭੋ ਨਾ ਹੋਵੈ। ਜੀਵਨ ਪਦਵੀ ਪਾਏ। ਹਰੀ ਵਾਹਿਗੁਰੂ ਨਿਰੰਕਾਰ ਪਰਮੇਸ਼ਰ ਦੇ ਨਾਲ ਇਹਦਾ ਚਿੱਤ ਜੁੜਿਆ ਰਹੇ। ਜੇ ਹਰੀ ਨਾਲ ਚਿੱਤ ਜੁੜਿਆ ਰਹੇ ਤਾਂ ਜਰਾ ਕਾ ਭਉ ਨਾ ਹੋਵੇ। ਫਿਰ ਬੁਢੇਪੇ ਦਾ ਵੀ ਡਰ ਨਹੀਂ ਰਹਿੰਦਾ। ਪਤਾ ਹੈ ਕਿ ਜੇ ਹਰੀ ਦੀ ਪ੍ਰੀਤ ਹਿਰਦੇ 'ਚ ਹੋਵੇਗੀ ਤਾਂ ਫਿਰ ਉਹ ਬੁਢੇਪਾ ਵੀ ਰਸਦਾਇਕ ਹੋਵੇਗਾ। ਨਹੀਂ ਤਾਂ ਬਜ਼ੁਰਗੀ ਵਿੱਚ, ਬੁਢੇਪੇ 'ਚ ਆ ਕੇ ਬੰਦੇ ਦਾ ਹਿਰਦਾ ਉਦਾਂ ਹੀ ਉਦਾਸ ਹੁੰਦਾ, ਮਾਯੂਸੀ ਵਿੱਚ ਜੀਵਨ ਜੀਵਦਾ। ਪਰ ਜੇ ਹਰੀ ਦੀ ਪ੍ਰੀਤ ਹਿਰਦੇ ਵਿੱਚੋਂ ਨਾ ਵਿਸਰੇ, ਪਕੜ ਕੇ ਰੱਖੇ ਹਰੀ ਦੀ ਪ੍ਰੀਤ ਨੂੰ, ਤਾਂ ਫਿਰ ਉਹਨਾਂ ਨੂੰ ਬੁਢੇਪੇ ਦਾ ਵੀ ਡਰ ਨਹੀਂ ਰਹਿੰਦਾ। ਜਰਾ ਜਰਾ ਨਾਮ ਹੈ ਬੁਢੇਪੇ ਦਾ। ਜਰਾ ਕਾ ਭਉ ਨਾ ਹੋਵੇ, ਉਹਨਾਂ ਨੂੰ ਫਿਰ ਬੁਢੇਪੇ ਦਾ ਵੀ ਡਰ ਨਹੀਂ, ਕਿਉਂਕਿ ਫਿਰ ਗੁਰਮੁਖ ਬੁੱਢੇ ਕਦੇ ਨਾ ਹੀ ਜਿਨ੍ਹਾਂ ਅੰਤਰ ਸੁਰਤ ਗਿਆਨ। ਜੀਵਨ ਪਦਵੀ ਪਾਏ।
ਉਹਨਾਂ ਨੂੰ ਜੀਵਨ ਦੀ ਅਤ ਉੱਚ ਦਰਜੇ ਦੀ ਪਦਵੀ ਪ੍ਰਾਪਤ ਹੋ ਜਾਂਦੀ। 90 ਸਾਲ ਦੀ ਉਮਰ ਵਿੱਚ ਵੀ ਉਹ ਸ਼ਹੀਦੀ ਪਾਣ ਨੂੰ ਤਿਆਰ ਹੋ ਕੇ ਬੰਦ ਕਟਾ ਲੈਂਦੇ ਨੇ। ਐਸੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਹੋ ਨਿਕਲੇ ਨੇ ਕਿ ਬਜ਼ੁਰਗੀ ਦੀ ਅਵਸਥਾ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਜੈਸੇ ਮਹਾਨ ਸ਼ਹੀਦ ਸਿਰ ਤਲੀ ਤੇ ਰੱਖ ਕੇ 17 ਸ਼ੇਰ ਦਾ ਖੰਡਾ ਵਾਹ ਸਕਦੇ ਨੇ, ਕਿਉਂਕਿ ਉਹਨਾਂ ਅੰਦਰ ਆਪਣੇ ਗੁਰੂ ਦੀ ਪ੍ਰੀਤ ਹੈ, ਗੁਰੂ ਦਾ ਪ੍ਰੇਮ ਹੈ। 72 ਸਾਲ ਦੀ ਉਮਰ ਵਿੱਚ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਗੁਰੂ ਅੰਗਦ ਸਾਹਿਬ ਦੇ ਦਰ ਘਰ ਦੀ 12 ਸਾਲ ਨਿਰੰਤਰ ਸੇਵਾ ਕਰਕੇ 84 ਵਰਿਆਂ ਦੀ ਉਮਰ 'ਚ ਗੁਰਤਾ ਗੱਦੀ ਤੇ ਬਹਿੰਦੇ। ਤੋ ਮੇਰੇ ਸਾਹਿਬ ਦਾ ਇਹ ਆਪਣਾ ਪ੍ਰੈਕਟੀਕਲ ਹੈ ਕਿ ਜਿਨ੍ਹਾਂ ਅੰਦਰੋਂ ਹਰੀ ਦੀ ਗੁਰੂ ਦੀ ਪ੍ਰੀਤ ਨਹੀਂ ਵਿਸਰਦੀ, ਉਹਨਾਂ ਨੂੰ ਬੁਢੇਪੇ ਦਾ ਵੀ ਡਰ ਨਹੀਂ। ਜੀਵਨ ਪਦਵੀ ਪਾਏ, ਉਹਨਾਂ ਨੂੰ ਜੀਵਨ ਦੀ ਅਤ ਉੱਚ ਦਰਜੇ ਦੀ ਜਿਹੜੀ ਪਦਵੀ ਹੈ ਉਹ ਪ੍ਰਾਪਤ ਹੋ ਜਾਂਦੀ ਹੈ। ਅਸਲ ਵਿੱਚ ਜੀਵਨ ਪਦਵੀ ਕੀ ਹੈ? ਜਿਹੋ ਜੀ ਜੀਵਨ ਪद्धति ਤੇ ਅਸੀਂ ਜੀ ਰਹੇ ਹਾਂ, ਕੀ ਇਹ ਜੀਵਨ ਪਦਵੀ ਹੈ? ਸਾਡੀ ਜੀਵਨ ਪद्धति ਔਰ ਜਾਨਵਰਾਂ ਦੀ ਜੀਵਨ ਪद्धति ਵੇਖੀਏ ਤੇ ਕੋਈ ਬਹੁਤਾ ਫਰਕ ਨਜ਼ਰ ਨਹੀਂ ਆਉਣਾ। ਨਿਰੰਕਾਰ ਨਾਲ ਪ੍ਰੀਤ ਕਰਨ ਵਾਲਿਆਂ ਦੀ ਪਦਵੀ ਜੀਵਨ ਪਦਵੀ ਉੱਚੀ ਹੋ ਜਾਂਦੀ ਹੈ। ਗੋਬਿੰਦ ਰਹਾਉ ਗੋਬਿੰਦ ਪ੍ਰੀਤ ਸਿਉ ਇੱਕ ਸਹਿਜ ਉਪਜਿਆ, ਵੇਖ ਜੈਸੀ ਭਗਤ ਬਣੀ। ਜਦੋਂ ਗੋਬਿੰਦ ਨਾਲ ਪ੍ਰੀਤ ਕਰੀਏ ਤੇ ਗੋਬਿੰਦ ਨਾਲ ਪ੍ਰੀਤ ਕੀਤਿਆਂ ਇੱਕ ਦਾ ਗਿਆਨ ਹਿਰਦੇ ਚ ਉਪਜਾਉਂਦਾ। ਇੱਕ ਸਹਿਜ ਉਪਜਿਆ, ਇੱਕ ਦਾ ਸਹਿਜ ਦਾ ਅਰਥ ਕਰਾਂਗੇ ਗਿਆਨ। ਇੱਕ ਦਾ ਗਿਆਨ ਉਹ ਹਿਰਦੇ ਵਿੱਚ ਬੁਝ ਜਾਵੇਗਾ। ਪਾਤਸ਼ਾਹ ਕਹਿੰਦੇ ਨਾ, ਗੁਰਾ ਇੱਕ ਦੇਹ ਬੁਝਾਈ। ਮਹਾਰਾਜ ਮੈਨੂੰ ਇੱਕ ਦਾ ਗਿਆਨ ਕਰਾਓ। ਤੇ ਮੇਰੇ ਗੁਰੂ ਨੇ ਮੈਨੂੰ ਇੱਕ ਦਾ ਗਿਆਨ ਬੁਝਾ ਦਿੱਤਾ ਹੈ, ਜਣਾ ਦਿੱਤਾ ਹੈ। ਇੱਥੇ ਕਹਿੰਦੇ ਇੱਕ ਦਾ ਗਿਆਨ ਉਪਜਾਇਆ। ਜਦੋਂ ਗੋਬਿੰਦ ਨਾਲ ਪ੍ਰੀਤ ਕੀਤੀ ਤਾਂ ਵੇਖੋ ਭਾਈ, ਫਿਰ ਜਿਹੜੀ ਭਗਤੀ ਦਾ ਥਾਟ ਬਣਿਆ, ਜਿਹੜੀ ਭਗਤੀ ਕਰੀਦੀ ਸੀ, ਉਹ ਗਿਆਨ ਨਾਲ ਸੋਭਨੀਕ ਹੋ ਗਈ। ਵੇਖ ਜੈਸੀ ਭਗਤ ਬਣੀ। ਪਹਿਲਾਂ ਕੱਲੀ ਭਗਤੀ ਸੀ, ਹੁਣ ਗਿਆਨ ਸਹਿਤ ਉਹ ਭਗਤੀ ਸ਼ੋਭਨੀਕ ਹੋ ਗਈ। ਆਪ ਸੇਤੀ ਆਪ ਖਾਇਆ, ਤਾਂ ਮਨ ਨਿਰਮਲ ਹੋਆ, ਜੋਤੀ ਜੋਤ ਸਮਈ। ਕਹਿੰਦੇ ਆਪਣੇ ਆਪੇ ਨੂੰ ਆਪ ਹੀ ਖਾ ਲਿਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜੋ ਮੇਰੇ ਅੰਦਰ ਮੇਰਾ ਆਪਾ ਭਾਵ ਸੀ, ਮੈਂ ਭਾਵ ਸੀ, ਉਹ ਮੇਰੇ ਆਪੇ ਨੇ, ਮੇਰੇ ਉਸ ਅਹੰਗ ਭਾਵ ਨੇ ਜੋ ਬ੍ਰਹਮ ਰੂਪ ਹੈ, ਉਹਨੇ ਖਾ ਲਿਆ। ਜਦੋਂ ਆਪੇ ਨੂੰ ਖਾ ਕੇ ਮੈਂ ਬ੍ਰਹਮਮਈ ਹੋਇਆ, ਅਹੰਗ ਬ੍ਰਹਮ ਰੂਪ ਹੋਇਆ, ਜੋਤ ਰੂਪ ਹੋ ਗਿਆ, ਤਾਂ ਫਿਰ ਇਹ ਮਨ ਨਿਰਮਲ ਤੇ ਪਵਿੱਤਰ ਹੋ ਗਿਆ। ਆਪ ਸੇਤੀ ਆਪ ਖਾਇਆ, ਤਾਂ ਮਨ ਨਿਰਮਲ ਹੋਆ। ਜਦੋਂ ਆਪਣੇ ਆਪੇ ਨੂੰ ਖਾਧਾ, ਆਪਣੇ ਆਪੇ ਨੂੰ ਨਿਵਾਰਿਆ, ਤਾਂ ਮਨ ਨਿਰਮਲ ਹੋ ਗਿਆ। ਜੋਤੀ ਜੋਤ ਸਮਈ। ਮੇਰੀ ਜਿਹੜੀ ਜੋਤ ਸੀ ਉਹ ਜੋਤੀ ਸਰੂਪ ਪਰਮੇਸ਼ਰ ਜੀ ਸਮਈ, ਸਮਾ ਗਈ, ਇੱਕ ਬਿਕ ਹੋ ਗਈ। ਬਿਨ ਭਾਗਾ ਐਸਾ ਸਤਿਗੁਰ ਨਾ ਪਾਈਐ। ਭਾਗਾਂ ਤੋਂ ਬਿਨਾਂ ਐਸਾ ਗੁਰੂ ਕਿੱਥੇ ਲੱਭਦਾ ਭਾਈ? ਜੈਸੇ ਗੁਰੂ ਸਾਨੂੰ ਮਿਲੇ ਨੇ, ਭਾਗਾਂ ਬਿਨਾਂ ਕਿੱਥੇ ਮਿਲਦੇ ਹਨ? ਹਾਂਜੀ। ਬਿਨ ਭਾਗਾ ਐਸਾ ਸਤਿਗੁਰ ਨਾ ਪਾਈਐ, ਜੇ ਲੋਚੈ ਸਭ ਕੋਏ। ਜੇ ਲੋਚੈ ਸਭ ਕੋਏ, ਜੇ ਸਾਰੀ ਦੁਨੀਆ ਲੋਚਦੀ ਫਿਰੇ। ਭਾਗਾਂ ਬਿਨਾਂ ਨਹੀਂ ਐਸਾ ਗੁਰੂ ਮਿਲਦਾ, ਚਾਹੁੰਦੀ ਤਾਂ ਸਾਰੀ ਦੁਨੀਆ ਹੈ। ਜਿਨ੍ਹਾਂ ਦੇ ਭਾਗ ਸਵੱਲੇ ਨੇ, ਉਹਨਾਂ ਨੂੰ ਐਸੇ ਸਤਿਗੁਰਾਂ ਦਾ ਮੇਲ ਪ੍ਰਾਪਤ ਹੁੰਦਾ ਹੈ।
ਕੂੜੈ ਕੀ ਪਾਲ ਵਿੱਚੋਂ ਨਿਕਲੈ ਤਾਂ ਸਦਾ ਸੁਖ ਹੋਏ। ਜੇ ਝੂਠ ਤੇ ਝੂਠ ਦੀ ਪਾਲ ਹਿਰਦੇ ਚੋਂ ਨਿਕਲ ਜਾਏ, ਪਰਦਾ ਦੂਰ ਹੋ ਜਾਏ ਕੂੜ ਦਾ ਝੂਠ ਦਾ, ਤਾਂ ਫਿਰ ਸਦਾ ਲਈ ਸੁਖ ਹੋ ਜਾਂਦਾ, ਤਾਂ ਫਿਰ ਸदैवी ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ। ਨਾਨਕ ਐਸੇ ਸਤਿਗੁਰ ਕੀ ਕਿਆ ਉਹ ਸੇਵਕ ਸੇਵਾ ਕਰੇ, ਗੁਰ ਆਗੈ ਜਿਉ ਧਰੇ। ਕਹਿੰਦੇ ਫਿਰ ਐਸੇ ਸਤਿਗੁਰਾਂ ਦੀ ਉਹ ਸੇਵਕ ਕੀ ਸੇਵਾ ਕਰੇ। ਪੁੱਛਿਆ, ਐਸਾ ਸਤਿਗੁਰੂ ਜਿਹੜਾ ਭਾਗਾਂ ਨਾਲ ਮਿਲਦਾ ਹੈ, ਜਿਹਨੂੰ ਮਿਲਿਆ ਉਹ ਸੇਵਕ ਐਸੇ ਸਤਿਗੁਰਾਂ ਦੀ ਕੀ ਸੇਵਾ ਕਰੇ। ਕੀ ਸੇਵਾ ਕਰ ਸਕਦਾ ਭਲਾ? ਮਹਾਰਾਜ ਜੀ ਕਹਿੰਦੇ ਇੱਕੋ ਸੇਵਾ ਕਰ ਸਕਦਾ ਹੈ ਕਿ ਆਪਣੇ ਉਸ ਗੁਰੂ ਅੱਗੇ ਆਪਣਾ ਜੀੜਾ ਕੱਢ ਕੇ ਭੇਟ ਕਰ ਦੇਵੇ। ਗੁਰ ਆਗੈ ਜਿਉ ਧਰੇ, ਗੁਰੂ ਅੱਗੇ ਆਪਣਾ ਜੀੜਾ ਪੇਸ਼ ਕਰ ਦੇਵੇ। ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਜਿਉ ਸਮਪੋ ਆਪਣਾ, ਆਪਣਾ ਜੀੜਾ ਆਪਣਾ ਹਿਰਦਾ ਆਪਣੇ ਗੁਰੂ ਅੱਗੇ ਅਰਪਣ ਕਰ ਦੇ, ਕਿਉਂਕਿ ਗੁਰੂ ਅੱਗੇ ਕੇਵਲ ਮਨ ਹੀ ਭੇਟ ਹੋ ਸਕਦਾ। ਗੁਰੂ ਨੂੰ ਚਾਹੀਦਾ ਵੀ ਮਨ ਹੈ। ਆਪਣਾ ਜੀੜਾ ਆਪਣਾ ਮਨ ਆਪਣੇ ਗੁਰੂ ਅੱਗੇ ਧਰ ਕੇ ਇਹ ਸੇਵਾ ਕਰੇ। ਸਤਿਗੁਰ ਕਾ ਭਾਣਾ ਚਿਤ ਕਰੇ, ਸਤਿਗੁਰ ਆਪੇ ਕਿਰਪਾ ਕਰੇ। ਕਹਿੰਦੇ ਫੇਰ ਕੀ ਕਰੇ? ਸਤਿਗੁਰਾਂ ਦਾ ਭਾਣਾ ਜਿਹੜਾ ਗੁਰੂ ਕਾ ਹੁਕਮ ਹੈ ਉਹਨੂੰ ਆਪਣੇ ਚਿੱਤ 'ਚ ਵਸਾਵੇ, ਉਹਦੇ ਮੁਤਾਬਕ ਆਪਣੇ ਚਿੱਤ ਨੂੰ ਕਰ ਲਵੇ। ਜਦੋਂ ਗੁਰੂ ਦੇ ਭਾਣੇ 'ਚ ਚੱਲੇਗਾ, ਗੁਰੂ ਦੀ ਰਜ਼ਾ ਵਿੱਚ ਚੱਲੇਗਾ, ਤਾਂ ਫਿਰ ਸਤਿਗੁਰੂ ਜੀ ਬੜੀ ਛੇਤੀ ਤੇਰੇ ਤੇ ਕਿਰਪਾ ਕਰਨਗੇ। ਉਹ ਤਾਂ ਵੇਖ ਰਹੇ ਨੇ ਇਹ ਕਦੋਂ ਆਪਣਾ ਜੀੜਾ ਮੇਰੇ ਚਰਨਾਂ 'ਚ ਭੇਟ ਕਰੇ ਤੇ ਮੈਂ ਇਹਦੇ ਤੇ ਕਿਰਪਾ ਕਰਾਂ। ਢਿੱਲ ਤੇਰੇ ਵੱਲੋਂ ਹੈ, ਗੁਰੂ ਵੱਲੋਂ ਨਹੀਂ। ਉਹ ਤਾਂ ਕਹਿੰਦੇ ਭਾਂਡਾ ਕਰੇ ਤੇ ਪਾ ਦਿਆਂ ਵਿੱਚ ਵਸਤੂ, ਪਰ ਭਾਂਡਾ ਹੁਣ ਸਾਡੇ ਅੰਦਰ ਇਹ ਕਮੀ ਹੈ ਨਾ ਵੀ ਅਸੀਂ ਭਾਂਡਾ ਵੀ ਨਹੀਂ ਬਣਾ ਸਕੇ ਤੇ ਪੇਟ ਵੀ ਨਹੀਂ ਕਰ ਸਕੇ। ਤੂੰ ਬਸ ਭੇਟ ਕਰ ਆਪਣਾ ਜੀੜਾ, ਗੁਰੂ ਦੇ ਭਾਣੇ 'ਚ ਚੱਲ, ਗੁਰੂ ਤਾਤਕਾਲ ਉਸੇ ਵੇਲੇ ਤੇਰੇ ਤੇ ਕਿਰਪਾ ਕਰੇਗਾ।